ਹੈਲੋ एवरीवन ਐਂਡ ਵੈਲਕਮ ਬੈਕ ਟੂ ਐਨੀਬਡੀ ਕੈਨ ਲਰਨ ਜੀਕੇ। ਅੱਜ ਆਪਾਂ ਇਸ ਵੀਡੀਓ ਵਿੱਚ ਜਿਹੜੀ ਆਪਣੀ ਪੰਜਾਬ ਪਟਵਾਰੀ ਜ਼ਿਲ੍ਹਾਦਾਰ ਦੀ 7 ਸੈਕਸ਼ਨ ਹੈ, ਜਿਹਨੂੰ ਕਿ ਆਪਾਂ ਪੰਜਾਬ ਹਿਸਟਰੀ ਐਂਡ ਕਲਚਰ ਕਹਿੰਦੇ ਆ, ਉਹਦਾ ਪਾਰਟ 3 ਦੇਖਣ ਵਾਲੇ ਆ। ਇਸ ਤੋਂ ਪਹਿਲਾਂ ਪਾਰਟ 2 ਕਵਰ ਹੋ ਚੁੱਕੇ ਨੇ। 3rd ਪਾਰਟ ਦੇ ਵਿੱਚ ਆਪਾਂ ਦੇਖਾਂਗੇ ਸਿੱਖ ਰੂਲਰਸ ਬਾਰੇ। ਇਹਦਾ ਮਤਲਬ ਹੋਇਆ ਕਿ ਜਿਹੜਾ ਆਪਣਾ 7th ਸੈਕਸ਼ਨ ਹੈਗਾ ਸਿਲੇਬਸ ਦਾ, ਉਹਦੇ ਵਿੱਚ ਆਪਾਂ ਆਹ ਟੋਪਿਕ ਜਿਹੜੇ ਨੇ ਕੰਪਲੀਟ ਕਰ ਚੁੱਕੇ ਹਾਂ। ਆਉਣ ਵਾਲੇ ਪਾਰਟਸ ਦੇ ਵਿੱਚ ਆਪਾਂ ਜਿਹੜੇ ਰਿਮੇਨਿੰਗ ਟੋਪਿਕ ਨੇ ਉਹਨਾਂ ਦੇ ਉੱਪਰ ਗੱਲ ਕਰਾਂਗੇ। ਤਾਂ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਅੱਜ ਦੇ ਪਹਿਲੇ ਕੁਐਸਚਨ 'ਤੇ ਡਿਸਕਸ ਕਰਦੇ ਹਾਂ। ਪਹਿਲਾ ਕੁਐਸਚਨ ਕਹਿੰਦਾ ਅੱਜ ਦਾ ਕਿ ਜਿਹੜਾ ਇੰਟਾਇਰ ਕਿੰਗਡਮ ਸੀਗਾ ਮਹਾਰਾਜਾ ਰਣਜੀਤ ਸਿੰਘ ਦਾ, ਉਹ ਕਿੰਨੀ ਪ੍ਰੋਵਿੰਸਿਸ ਵਿੱਚ ਡਿਵਾਈਡ ਕੀਤਾ ਹੋਇਆ ਸੀਗਾ? 2 ਵਿੱਚ, 5 ਵਿੱਚ, 7 ਵਿੱਚ ਜਾਂ 4 ਦੇ ਵਿੱਚ? ਤਾਂ ਜਿਹੜੀ ਪ੍ਰੋਵਿੰਸਿਸ ਸੀਗੀ ਮਹਾਰਾਜਾ ਰਣਜੀਤ ਸਿੰਘ ਦੀ, ਉਹਨਾਂ ਵਿੱਚੋਂ ਇੱਕ ਸੀ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਪੇਸ਼ਾਵਰ। ਦੈਟ ਮੀਨਸ ਉਹਨਾਂ ਦੀ ਟੋਟਲ 4 ਪ੍ਰੋਵਿੰਸ ਸੀਗੀ। ਤਾਂ ਆਪਾਂ ਆਨਸਰ ਲਾਵਾਂਗੇ ਇਹਦਾ ਆਪਸ਼ਨ ਨੰਬਰ ਡੀ, ਡੈਟ ਦਾ ਐਂਟਾਇਰ ਕਿੰਗਡਮ ਆਫ ਮਹਾਰਾਜਾ ਰਣਜੀਤ ਸਿੰਘ ਵਾਜ਼ ਡਿਵਾਈਡਡ ਇਨਟੂ 4 ਪ੍ਰੋਵਿੰਸਿਸ। ਸੈਕਿੰਡ ਕੁਐਸਚਨ ਹੈਗਾ ਜਿਹੜਾ ਕੁੱਪਰੂ ਹੀਰਾ ਮੈਮੋਰੀਅਲ ਬਣਿਆ ਹੈਗਾ ਮਲੇਰਕੋਟਲਾ, ਯਾਨੀ ਕਿ ਸੰਗਰੂਰ ਦੇ ਕੋਲੇ ਮਲੇਰਕੋਟਲਾ ਜਿਹੜਾ, ਉਹਦੇ ਵਿੱਚ ਬਣਿਆ ਹੋਇਆ ਹੈ ਕੁੱਪਰੂ ਹੀਰਾ ਮੈਮੋਰੀਅਲ। ਤਾਂ ਉਹ ਕਿਸ ਦੀ ਯਾਦ ਵਿੱਚ ਬਣਿਆ ਹੋਇਆ ਹੈਗਾ? ਕੱਲ੍ਹ ਵੀ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ, ਇੱਕ ਸੀਗਾ ਛੋਟਾ ਘੱਲੂਘਾਰਾ, ਇੱਕ ਸੀਗਾ ਵੱਡਾ ਘੱਲੂਘਾਰਾ। ਛੋਟਾ ਘੱਲੂਘਾਰੇ ਬਾਰੇ ਤਾਂ ਆਪਾਂ ਪਹਿਲਾਂ ਗੱਲ ਕਰ ਚੁੱਕੇ ਹਾਂ। ਅੱਜ ਜਿਹੜਾ ਆਪਣਾ ਆਨਸਰ ਹੈਗਾ ਜੀ ਵੱਡਾ ਘੱਲੂਘਾਰਾ ਹੈ, ਕਿ ਜਿਹੜਾ ਕੁੱਪਰੂ ਹੀਰਾ ਮੈਮੋਰੀਅਲ ਹੈ ਉਹਦੇ ਉੱਪਰ ਹੀ ਹੈ। ਬੇਸਿਕਲੀ ਹੋਇਆ ਕੀ ਸੀਗਾ ਕਿ 1762 ਦੇ ਵਿੱਚ 1762 ਦੇ ਵਿੱਚ ਇੱਕ 1 ਡੇ ਬੈਟਲ ਹੋਇਆ ਸੀਗਾ। ਕਿਹਦੇ ਵਿੱਚ? ਇੱਕ ਤਾਂ ਜੀ ਦਲ ਖਾਲਸਾ ਦੇ ਵਿੱਚ, ਦੂਜੀ ਸਾਈਡ ਤੋਂ ਸੀਗਾ ਜੀ ਅਹਿਮਦ ਸ਼ਾਹ ਅਬਦਾਲੀ। ਅਤੇ ਇਸ ਵਿੱਚ ਕਾਫੀ ਜ਼ਿਆਦਾ ਜਿਹੜੇ ਸੀਗੇ ਸਿੱਖ ਮਤਲਬ ਲੜਾਈ ਤਾਂ ਹੋਈ ਸੀਗੀ। ਦੇਖੋ, ਇਸ ਲੜਾਈ ਵਿੱਚ ਸਿੱਖਾਂ ਦਾ ਪਲੜਾ ਭਾਰੀ ਸੀਗਾ, ਲੇਕਿਨ ਬਹੁਤ ਜਲਦ ਹੀ ਜਿਹੜੀ ਅਹਿਮਦ ਸ਼ਾਹ ਅਬਦਾਲੀ ਦੀ ਦੂਜੀ ਟੁਕੜੀ ਸੀਗੀ, ਜਿਹਦੇ ਕੋਲ ਜ਼ਿਆਦਾ ਬੈਟਰ ਇਕਵਿਪਮੈਂਟ ਸੀਗੇ, ਉਹਨਾਂ ਨੇ ਹਮਲਾ ਕਰ ਦਿੱਤਾ ਸੀਗਾ, ਜਿਨ੍ਹਾਂ ਵਿੱਚ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ 20,000 ਤੋਂ ਲੈ ਕੇ 50,000 ਸਿੱਖ ਜਿਹੜੇ ਸੀਗੇ ਮਾਰੇ ਗਏ ਸੀਗੇ। ਤਾਂ ਇਸੇ ਘਟਨਾ ਨੂੰ ਜਿਹੜਾ ਆਪਾਂ ਵੱਡਾ ਘੱਲੂਘਾਰਾ ਦੇ ਘਟਨਾ ਤੋਂ ਜਾਣਦੇ ਹਾਂ। ਤਾਂ ਆਨਸਰ ਤਾਂ ਹੋ ਜਾਊ ਆਪਣਾ ਆਪਸ਼ਨ ਨੰਬਰ ਬੀ। ਲੇਕਿਨ ਹੁਣ ਆਪਾਂ ਇਹਨਾਂ ਸਾਰਿਆਂ ਦੇ ਨਾਲ ਈਅਰ ਵੀ ਯਾਦ ਰੱਖਣੇ ਆ। ਜਿਵੇਂ ਛੋਟਾ ਘੱਲੂਘਾਰਾ 46 ਵਿੱਚ ਹੋਇਆ ਸੀਗਾ, 62 ਦੇ ਵਿੱਚ ਹੋਇਆ ਸੀਗਾ। ਬੈਟਲ ਆਫ ਨੰਦੌੜ ਹੋਈ ਸੀਗੀ ਜੀ 1690 ਦੇ ਵਿੱਚ, ਅਤੇ ਜਿਹੜਾ ਚਮਕੌਰ ਦਾ ਯੁੱਧ ਸੀਗਾ ਉਹ ਹੋਇਆ ਸੀਗਾ 1704 ਦੇ ਵਿੱਚ। ਆਹ ਚਾਰਾਂ ਦੀ ਡੇਟ ਵੀ ਇੰਪੋਰਟੈਂਟ ਹੈ, ਯਾਦ ਰੱਖਿਓ। ਨੈਕਸਟ ਗੱਲ ਕਰਦੇ ਹਾਂ ਕਿ ਵੈਨ ਡਿਡ ਰਣਜੀਤ ਸਿੰਘ ਪ੍ਰੋਕਲੇਮਡ ਹਿਮਸੈਲਫ ਐਜ਼ ਮਹਾਰਾਜਾ ਆਫ ਪੰਜਾਬ, ਯਾਨੀ ਕਿ ਮਹਾਰਾਜਾ ਰਣਜੀਤ ਸਿੰਘ ਕਦੋਂ ਐਲਾਨ ਕੀਤਾ ਸੀ ਉਹਨਾਂ ਨੇ? ਆਹ ਜਿਹੜੀ 4 ਈਅਰਸ ਨੇ ਨਾ, ਆਹ ਕਾਫੀ ਜ਼ਿਆਦਾ ਮੈਂ ਅਰੇਂਜ ਕੀਤੇ ਹੋਏ ਨੇ ਕਿਸ ਹਿਸਾਬ ਨਾਲ। ਜਿਹੜਾ ਪਹਿਲਾ ਆਪਸ਼ਨ ਹੈ ਉਹ ਹੈਗਾ 1780। ਇਹਦੇ ਵਿੱਚ ਕੀ ਹੋਇਆ ਸੀਗਾ? ਬੇਸਿਕਲੀ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ ਸੀਗਾ। ਕਿੱਥੇ ਹੋਇਆ ਸੀਗਾ? ਤੁਹਾਨੂੰ ਸਾਰਿਆਂ ਨੂੰ ਹੀ ਪਤਾ ਹੈਗਾ, ਆਹ ਗੁਜਰਾਂਵਾਲਾ ਦੇ ਵਿੱਚ ਹੋਇਆ ਸੀਗਾ, ਜਿਹੜਾ ਹੁਣ ਪਾਕਿਸਤਾਨ ਦੇ ਵਿੱਚ ਹੈ। 1801 ਯਾਨੀ ਕਿ ਐਟ ਦਾ ਏਜ ਆਫ 21 ਉਹਨਾਂ ਨੇ ਆਪਣੇ ਆਪ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀਗਾ। ਅਤੇ ਉਹਨਾਂ ਦੀ ਰਾਜਧਾਨੀ ਕਿਹੜੀ ਸੀਗੀ? ਉਹ ਸੀਗੀ ਲਾਹੌਰ। ਦੈਟ ਮੀਨਸ 2 ਆਪਸ਼ਨ ਕਲੀਅਰ ਹੋ ਗਏ। 3rd ਗੱਲ ਕਰ ਰਿਹਾ 1809। 1809 ਦੇ ਵਿੱਚ ਕੀ ਹੋਇਆ ਸੀਗਾ ਜੀ? ਅੰਮ੍ਰਿਤਸਰ ਦੀ ਟਰੀਟੀ ਹੋਈ ਸੀਗੀ, ਯਾਨੀ ਕਿ ਅੰਮ੍ਰਿਤਸਰ ਦੀ ਸੰਧੀ। ਅਤੇ ਜਿਹੜਾ ਲਾਸਟ ਹੈ ਇਹ ਹੈਗੀ ਹੈ ਵੀ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਡੈਥ ਹੋ ਗਈ ਸੀਗੀ 1839 ਦੇ ਵਿੱਚ। ਹੁਣ ਦੇਖਣ ਵਾਲੀ ਗੱਲ ਆਪਾਂ ਚਾਰੋਂ ਡਿਸਕਸ ਕਰ ਚੁੱਕੇ ਹਾਂ, ਅਤੇ ਚਾਰੋਂ ਡਿਸਕਸ਼ਨ ਦੇ ਵਿੱਚ ਮੈਂ ਇਸ ਕੁਐਸਚਨ ਆਨਸਰ ਵੀ ਦੇ ਚੁੱਕਿਆ ਸੀਗਾ। ਉਹ ਕੀ ਸੀਗਾ ਜੀ? ਉਹ ਹੈ 1801। ਕਈ ਵਾਰ ਪੁੱਛ ਲੈਂਦੇ ਨੇ ਕਿਸ ਉਮਰ ਦੇ ਵਿੱਚ, ਤਾਂ ਉਹ ਹੈਗਾ ਜੀ 21 ਸਾਲ ਦੀ ਏਜ ਵਿੱਚ ਉਹਨਾਂ ਨੇ ਖੁਦ ਨੂੰ ਮਹਾਰਾਜਾ ਘੋਸ਼ਿਤ ਕੀਤਾ ਸੀਗਾ। ਆਨਸਰ ਹੋ ਜਾਊਗਾ ਜੀ ਆਪਸ਼ਨ ਨੰਬਰ ਬੀ। ਅਤੇ ਉਹ ਜਿਹੜੀ ਮਿਸਲ ਸੀ ਉਹਨਾਂ ਦੀ, ਉਹ ਸੀਗੀ ਸੁਕਰ ਚਾਕੀਆ ਮਿਸਲ, ਜੋ ਕਿ ਚੜ੍ਹਤ ਸਿੰਘ ਨੇ ਬਣਾਈ ਸੀਗੀ। ਕਈ ਵਾਰ ਆਪਸ਼ਨ ਦੇ ਵਿੱਚ ਚੜ੍ਹਤ ਸਿੰਘ ਨਾ ਮਿਲੇ ਤਾਂ ਬਾਬਾ ਬੁੱਢਾ ਸਿੰਘ ਵੀ ਆਪਾਂ ਇਹਨੂੰ ਸਹੀ ਆਨਸਰ ਦੇ ਸਕਦੇ ਹਾਂ, ਕਿਉਂਕਿ ਚੜ੍ਹਤ ਸਿੰਘ ਉਹਨਾਂ ਦੇ ਪੋਤੇ ਹੀ ਸੀਗੇ। ਨੈਕਸਟ ਗੱਲ ਕਰ ਰਿਹਾ ਟਰੀਟੀ ਆਫ ਅੰਮ੍ਰਿਤਸਰ ਬਾਰੇ। ਹੁਣ ਆਪਾਂ ਦੇਖ ਕੇ ਹਟਿਆ ਜਿਹੜੀ 1809 ਦੇ ਵਿੱਚ ਹੋਈ ਸੀਗੀ, ਕਿਉਂਕਿ ਮੈਂ ਪਿਛਲੇ ਕੁਐਸਚਨ ਦੇ ਵਿੱਚ ਨਾ ਸਾਰਾ ਕੁਝ ਦੱਸਦਾ ਸੀਗਾ। ਮਹਾਰਾਜਾ ਰਣਜੀਤ ਸਿੰਘ ਅਤੇ ਬ੍ਰਿਟਿਸ਼ ਵਿੱਚ ਹੋਈ ਸੀਗੀ 1809 ਦੇ ਵਿੱਚ। ਤਾਂ ਆਨਸਰ ਤਾਂ ਹੋ ਗਿਆ। ਅਤੇ ਇਹਦਾ ਮੇਨ ਪੁਆਇੰਟ ਕੀ ਸੀਗਾ ਜੀ? ਸਤਲੁਜ ਰਿਵਰ ਸੀਗਾ, ਕਿ ਬ੍ਰਿਟਿਸ਼ ਦਾ ਹੁਣ ਜਿਹੜਾ ਸਤਲੁਜ ਰਿਵਰ ਦੇ ਏਰੀਆ ਦਾ ਕੰਸਰਨ ਹੈ, ਉਹਦੇ ਨਾਲ ਕੋਈ ਲੜਾਈ ਨਹੀਂ ਹੋਵੇਗੀ, ਨਾ ਹੀ ਕੋਈ ਜ਼ਿਆਦਾ ਇੰਨੀ ਫੋਰਸਿਸ ਰੱਖੀ ਜਾਣਗੀ ਸਤਲੁਜ ਨਦੀ ਦੇ ਕਿਨਾਰੇ, ਕਿਉਂਕਿ ਬ੍ਰਿਟਿਸ਼ ਅਤੇ ਮਹਾਰਾਜਾ ਰਣਜੀਤ ਸਿੰਘ ਵਿੱਚ ਹੋਇਆ ਸੀਗਾ। ਅਤੇ ਕਈ ਵਾਰ ਐਂ ਪੁੱਛ ਲੈਂਦੇ ਨੇ ਕਿ ਬ੍ਰਿਟਿਸ਼ ਵੱਲੋਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ, ਕਿਉਂਕਿ ਬ੍ਰਿਟਿਸ਼ ਇੰਡੀਆ ਨਾ ਆਪਾਂ 1857 ਤੋਂ ਬਾਅਦ ਕਹਿਣ ਲੱਗਾਂਗੇ। 57 ਤੋਂ ਬਾਅਦ ਨਾ ਜਿਹੜਾ ਸੀਗਾ ਆਪਣਾ ਇੰਡੀਆ ਸੀ, ਉਹ ਡਾਇਰੈਕਟ ਬ੍ਰਿਟਿਸ਼ ਕਰਾਊਨ ਦੇ ਅੰਡਰ ਚਲਾ ਗਿਆ ਸੀਗਾ। ਤਾਂ ਇਸ ਕਰਕੇ ਆਪਾਂ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਯੂਜ਼ ਕਰਾਂਗੇ ਉਹ ਤੋਂ ਪਹਿਲਾਂ ਦੇ ਸਮਾਂ ਨੂੰ। ਕਿਹਦੇ ਵਿੱਚ ਹੋਇਆ ਸੀਗਾ?
ਚਾਰਲਸ ਟੀ ਮੈਟਕਾਫ ਐਂਡ ਮਹਾਰਾਜਾ ਰਣਜੀਤ ਸਿੰਘ ਦੇ ਵਿੱਚ ਹੋਇਆ ਸੀਗਾ 1809 ਦੇ ਵਿੱਚ। ਆਈ ਹੋਪ ਤੁਹਾਨੂੰ ਇਹ ਟ੍ਰੀਟੀ ਵੀ ਕਲੀਅਰ ਹੋਏਗੀ। ਫਿਰ ਗੱਲ ਕਰ ਰਹੇ ਹਾਂ ਇਨ ਦਾ ਬੈਟਲ ਆਫ ਮੁਲਤਾਨ ਬ੍ਰਿਟਿਸ਼ ਫੋਰਸਿਸ ਵਰ ਲੈਡ ਬਾਏ, ਯਾਨੀ ਕਿ ਜਿਹੜਾ ਬੈਟਲ ਆਫ ਮੁਲਤਾਨ ਸੀਗਾ ਉਹਦੇ ਵਿੱਚ ਬ੍ਰਿਟਿਸ਼ ਫੋਰਸਿਸ ਦਾ ਆਗੂ ਕੌਣ ਸੀਗਾ। ਬੇਸਿਕਲੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਿੱਖ ਤੇ ਅੰਗਰੇਜ਼ਾਂ ਵਿੱਚ ਲੜਾਈ ਹੋਈ ਸੀ ਤਾਂ ਮੇਨ ਜਿਹੜੇ ਸੀਗੇ ਦੋ ਹੋਏ ਸੀਗੇ, ਯਾਨੀ ਕਿ ਇੱਕ ਤਾਂ ਸੀਗਾ ਫਸਟ ਐਂਗਲੋ ਸਿੱਖ ਵੋਰ, ਦੂਜਾ ਸੀਗਾ ਸੈਕਿੰਡ ਐਂਗਲੋ ਸਿੱਖ ਵੋਰ। ਅਤੇ ਜਿਹੜਾ ਬੈਟਲ ਆਫ ਮੁਲਤਾਨ ਹੈ ਉਹ ਸੈਕਿੰਡ ਐਂਗਲੋ ਸਿੱਖ ਵੋਰ ਦਾ ਪਾਰਟ ਹੈ, ਜਿਹਨੂੰ ਆਪਾਂ ਥਰਡ ਵੋਰ ਕਹਿੰਦੇ ਹਾਂ, ਕਿਉਂਕਿ ਜਿਹੜੀ ਪਹਿਲੀ ਫਾਈਟ ਸੀਗੀ ਉਹ ਸੀਗੀ ਬੈਟਲ ਆਫ ਰਾਮਨਗਰ, ਦੂਜੀ ਸੀਗੀ ਚਿੜੀਆਂਵਾਲਾ, ਥਰਡ ਵਨ ਇਜ਼ ਮੁਲਤਾਨ ਜਿਹਦੇ ਕੁਐਸਚਨ ਵਿੱਚ ਗੱਲ ਕਰ ਰਹੇ ਹਾਂ, ਫੋਰਥ ਵਨ ਇਜ਼ ਗੁਜਰਾਤ ਜਿਹਨੂੰ ਕਿ ਆਪਾਂ ਬੈਟਲ ਆਫ ਗਨ ਕਹਿੰਦੇ ਹਾਂ। ਤਾਂ ਕੁਐਸਚਨ ਵਿੱਚ ਪੁੱਛ ਰਿਹਾ ਕਿ ਮੁਲਤਾਨ ਦੀ ਲੜਾਈ ਵਿੱਚ ਕੌਣ ਜਿਹੜਾ ਬ੍ਰਿਟਿਸ਼ ਆਗੂ ਸੀਗਾ, ਤਾਂ ਮੁਲਤਾਨ ਦੀ ਲੜਾਈ ਦੇ ਵਿੱਚ ਸੀਗਾ ਜਰਨਲ ਵਿਸ਼। ਤਾਂ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਬੀ। ਇਸ ਤੋਂ ਇਲਾਵਾ ਬਾਕੀ ਜਿੰਨੀ ਵੀ ਬੈਟਲ ਹੋਈਆਂ ਨੇ, ਚਾਹੇ ਰਾਮਨਗਰ ਦੀ ਹੋਵੇ, ਜਲਿਆਂਵਾਲਾ ਦੀ ਹੋਵੇ ਜਾਂ ਗੁਜਰਾਤ ਦੀ ਹੋਵੇ, ਇਹਨਾਂ ਤਿੰਨੋਂ ਵਿੱਚ ਜਿਹੜੀ ਬ੍ਰਿਟਿਸ਼ ਫੋਰਸ ਨੂੰ ਲੈਡ ਕਰ ਰਿਹਾ ਸੀਗਾ ਸਰ ਗੌਰਜ। ਆਹ ਵਾਲਾ ਕੁਐਸਚਨ ਇਸੇ ਕਰਕੇ ਬਣਿਆ ਕਿਉਂਕਿ ਸਿਰਫ ਓਨਲੀ ਆਹੀ ਬੈਟਲ ਹੈ ਜਿਹਦੇ ਵਿੱਚ ਜਰਨਲ ਵਿਸ਼ ਲੈਡ ਕਰ ਰਿਹਾ ਸੀਗਾ। ਤਾਂ ਆਨਸਰ ਤੁਹਾਡੇ ਸਾਹਮਣੇ ਹੀ ਹੈ, ਆਪਸ਼ਨ ਨੰਬਰ ਬੀ ਆਊਗਾ ਜੀ, ਬਾਈ ਮਿਸਟੇਕ ਆ ਤੇ ਸੀ ਹੋ ਗਿਆ ਹੈਗਾ। ਆਪਸ਼ਨ ਨੰਬਰ ਬੀ ਇਜ਼ ਦਾ ਰਾਈਟ ਆਨਸਰ। ਨੈਕਸਟ ਗੱਲ ਕਰ ਰਿਹਾ ਓਫੀਸ਼ੀਅਲ ਸੀਲ ਔਨ ਦਾ ਨੇਮ ਆਫ ਗੁਰੂ ਨਾਨਕ ਦੇਵ ਜੀ ਐਂਡ ਗੁਰੂ ਗੋਬਿੰਦ ਸਿੰਘ ਜੀ ਵਾਜ਼ ਇੰਟਰੋਡਿਊਸ ਬਾਏ ਵੂਮ ਆਫ ਦਾ ਫੋਲੋਇੰਗ, ਯਾਨੀ ਕਿ ਇੱਕ ਸੀਲ ਬਣਾਈ ਸੀਗੀ ਜਿਹਦੇ ਉੱਪਰ ਗੁਰੂ ਨਾਨਕ ਦੇਵ ਜੀ ਸੀਗੇ, ਉਹਨਾਂ ਦਾ ਨਾਂ ਲਿਖਿਆ ਹੋਇਆ ਸੀਗਾ, ਅਤੇ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ। ਤਾਂ ਉਹ ਮੋਹਰ ਜਿਹੜੀ ਸੀ ਸ਼ੁਰੂ ਕਿਹਨੇ ਕੀਤੀ ਸੀਗੀ? ਤਾਂ ਇਹਦਾ ਆਨਸਰ ਹੈ ਜੀ ਬੰਦਾ ਸਿੰਘ ਬਹਾਦਰ। ਜੇਕਰ ਤੁਹਾਨੂੰ ਵੀ ਇਸ ਕੁਐਸਚਨ ਦੇ ਵਿੱਚ ਕਨਫਿਊਜ਼ਨ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਜੀ, ਕਿਉਂਕਿ ਬਹੁਤ ਸਾਰੇ ਬੱਚਿਆਂ ਨੂੰ ਇਸ ਕੁਐਸਚਨ ਬਾਰੇ ਕਨਫਿਊਜ਼ਨ ਰਹਿੰਦੀ ਹੈ ਅਤੇ ਉਹਦੇ ਬਾਰੇ ਆਪਾਂ ਫਿਰ ਡਿਸਕਸ ਵੀ ਕਰਾਂਗੇ। ਅਤੇ ਤੁਹਾਨੂੰ ਇੱਕ ਗੱਲ ਮੈਂ ਹੋਰ ਆਖੀ ਸੀਗੀ, ਇੱਕ ਤਾਂ ਉਹਨਾਂ ਨੇ ਜੀ ਇੱਕ ਨਵਾਂ ਕੈਲੰਡਰ ਵੀ ਚਲਾਇਆ ਸੀਗਾ ਅਤੇ ਓਫੀਸ਼ੀਅਲ ਸੀਲ ਵੀ ਬਣਵਾਈ ਸੀਗੀ। ਨੈਕਸਟ ਕੁਐਸਚਨ ਤੋਂ ਜਾਣ ਤੋਂ ਪਹਿਲਾਂ ਜੇ ਚੈਨਲ 'ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਜੀ। ਤੁਹਾਨੂੰ PDF ਤੁਹਾਨੂੰ ਪਤਾ ਹੀ ਹੈ ਟੈਲੀਗ੍ਰਾਮ ਦੇ ਚੈਨਲ ਦੇ ਉੱਪਰ ਮਿਲੂਗੀ ਜਾ ਕੇ। ਤਿੰਨਾਂ ਦੇ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਵਿੱਚ ਪਾ ਦਿੱਤੇ ਨੇ, ਅਤੇ ਜੇ ਤੁਸੀਂ ਮੇਰੇ ਤੋਂ ਕੋਈ ਕੁਐਸਚਨ ਪੁੱਛਣਾ ਚਾਹੁੰਦੇ ਹੋ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਫੇਸਬੁੱਕ 'ਤੇ ਪੁੱਛ ਸਕਦੇ ਹੋ। ਅਤੇ ਤੁਹਾਡੇ ਨੰਬਰ ਆਫ ਲਾਈਕਸ ਬਹੁਤ ਘੱਟ ਆਉਂਦੇ ਨੇ। ਜੇਕਰ ਤੁਹਾਨੂੰ ਵੀਡੀਓ ਨਾਲ ਸੱਚੀ ਫਾਇਦਾ ਹੋ ਰਿਹਾ ਹੈਗਾ ਤਾਂ ਲਾਈਕ ਬਟਨ ਜ਼ਰੂਰ ਪ੍ਰੈਸ ਕਰਿਓ। ਉਸ ਤੋਂ ਬਾਅਦ ਗੱਲ ਕਰ ਰਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਸਭ ਤੋਂ ਛੋਟੇ ਬੇਟੇ ਦਾ ਨਾਂ ਕੀ ਸੀਗਾ। ਜੇਕਰ ਆਪਾਂ ਗੱਲ ਕਰੀਏ ਹਿਸਟਰੀ ਦੇ ਵਿੱਚ ਤਾਂ ਮਹਾਰਾਜਾ ਰਣਜੀਤ ਸਿੰਘ ਦੇ ਕਿਹਾ ਜਾਂਦਾ ਕਿ 8 ਪੁੱਤਰ ਸੀਗੇ, ਲੇਕਿਨ ਜਿਹੜੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਇੰਪੋਰਟੈਂਟ ਨੇ ਜੀ ਉਹ 2 ਜਾਂ 3 ਹੀ ਨੇ। ਤਾਂ ਸਭ ਤੋਂ ਜਿਹੜੇ ਵੱਡੇ ਪੁੱਤਰ ਸੀ ਉਹਨਾਂ ਦਾ ਨਾਂ ਸੀਗਾ ਜੀ ਮਹਾਰਾਜਾ ਖੜਕ ਸਿੰਘ, ਅਤੇ ਸਭ ਤੋਂ ਛੋਟੇ ਵਾਲੇ ਸੀਗੇ ਉਹਨਾਂ ਦਾ ਨਾਂ ਸੀਗਾ ਮਹਾਰਾਜਾ ਦਲੀਪ ਸਿੰਘ। ਅਤੇ ਆਪਣੇ ਐਗਜ਼ਾਮ ਪੁਆਇੰਟ ਆਫ ਵਿਊ ਨਾਲ ਵੀ ਨਾ ਮਹਾਰਾਜਾ ਰਣਜੀਤ ਸਿੰਘ ਅਤੇ ਮਹਾਰਾਜਾ ਦਲੀਪ ਸਿੰਘ ਹੀ ਇੰਪੋਰਟੈਂਟ ਨੇ। ਵੈਸੇ ਪੁੱਛਣ ਨੂੰ ਤਾਂ ਕੁਛ ਵੀ ਪੁੱਛਿਆ ਜਾ ਸਕਦਾ ਹੈਗਾ, ਲੇਕਿਨ ਫਿਰ ਵੀ ਆਪਣੀ ਟੈਂਡੈਂਸੀ ਹੁੰਦੀ ਹੈ ਵੀ ਕਿ ਕਿਹਦੇ ਵਿੱਚੋਂ ਕੁਐਸਚਨ ਆਉਣ ਦੀ ਚਾਂਸਿਸ ਜ਼ਿਆਦਾ ਨੇ। ਆਨਸਰ ਹੈ ਆਪਸ਼ਨ ਨੰਬਰ ਸੀ ਦਲੀਪ ਸਿੰਘ। ਨੈਕਸਟ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਨੇ ਕਿਹੜੇ ਰਿਲੀਜੀਅਸ ਪਲੇਸਿਸ ਨੂੰ ਗ੍ਰਾਂਟਸ ਦਿੱਤੀਆਂ ਸੀਗੀਆਂ। ਇਹ ਕੁਐਸਚਨ ਤਾਂ ਹੁਣੀ ਜਿਹੜਾ ਆਪਣਾ PPSC 2020 ਦਾ ਪੇਪਰ ਹੋਇਆ ਸੀ ਨਾ, ਕਦੋਂ ਹੋਇਆ ਸੀਗਾ? ਫਰਵਰੀ 2021 ਦੇ ਵਿੱਚ। ਉਹਦੇ ਵਿੱਚ ਆ ਕੁਐਸਚਨ ਪੁੱਛਿਆ ਗਿਆ ਸੀਗਾ, ਅਤੇ ਆਈ ਥਿੰਕ ਸਿੱਖ ਹਿਸਟਰੀ ਤੋਂ ਰਿਲੇਟਡ 21 ਕੁਐਸਚਨ ਪੁੱਛਿਆ ਗਿਆ ਸੀਗਾ, ਉਹ ਆਹੀ ਸੀਗਾ। ਤਾਂ ਗ੍ਰਾਂਟ ਕਿਹੜੇ ਨੂੰ ਦਿੱਤੇ ਸੀਗੇ ਜੀ? ਬੇਸਿਕਲੀ ਪਹਿਲੀ ਗੱਲ ਤਾਂ ਜਿਹੜੀ ਗੋਲਡਨ ਪਲੇਟ ਸੀਗੀਆਂ ਜਿਨ੍ਹਾਂ ਨੂੰ ਹਰਿਮੰਦਰ ਸਾਹਿਬ ਦੀ ਵੋਲਸ ਨੂੰ ਕਵਰ ਕੀਤਾ ਹੈਗਾ ਉਹ ਮਹਾਰਾਜਾ ਰਣਜੀਤ ਸਿੰਘ ਦੁਆਰਾ ਦਿੱਤੀ ਗਈ ਸੀਗੀਆਂ। ਇਸ ਤੋਂ ਇਲਾਵਾ ਜਿਹੜਾ ਬਨਾਰਸ ਵਿੱਚ ਵਿਸ਼ਵਨਾਥ ਟੈਂਪਲ ਹੈਗਾ, ਹਿਮਾਚਲ ਦੇ ਵਿੱਚ ਜਵਾਲਾਮੁਖੀ ਟੈਂਪਲ ਹੈ, ਇੱਕ ਕਾਂਗੜਾ ਟੈਂਪਲ ਵੀ ਹੈ, ਦੋਨੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਗ੍ਰਾਂਟ ਦਿੱਤੀ ਸੀਗੀ। ਉਸ ਤੋਂ ਬਾਅਦ ਤਖਤ ਸ੍ਰੀ ਹਜ਼ੂਰ ਸਾਹਿਬ ਨੂੰ ਵੀ ਦਿੱਤੀ ਸੀਗੀ। ਤਾਂ ਆਪਾਂ ਇਸ ਚੀਜ਼ ਨਾਲ ਨਾ ਇੱਕ ਕੰਕਲੂਜ਼ਨ 'ਤੇ ਆ ਸਕਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਕੀ ਸੀਗੇ, ਇੱਕ ਸੈਕੂਲਰ ਕਿੰਗ ਸੀਗੇ, ਕਿਉਂਕਿ ਉਹਨਾਂ ਦੇ ਆਰਮੀ ਵਿੱਚ ਵੀ ਯੂਰੋਪੀਅਨ ਸੀਗੇ। ਅੱਛਾ ਜੀ, ਮੈਂ ਗੱਲ ਕਰਾਂ ਉਹਨਾਂ ਦਾ ਜਿਹੜਾ ਦਰਬਾਰ ਸੀਗਾ, ਕੋਈ ਮੁਸਲਮਾਨ ਸੀਗਾ ਉਹਨਾਂ ਦੇ ਵਿੱਚ ਮੰਤਰੀ ਪਦ 'ਤੇ, ਕੋਈ ਬ੍ਰਾਹਮਣ ਸੀਗਾ, ਕੋਈ ਮੁਸਲਿਮ ਸੀਗਾ। ਤਾਂ ਇਸ ਤਰ੍ਹਾਂ ਆਪਾਂ ਕਹਿ ਸਕਦੇ ਹਾਂ ਕਿ ਉਹ ਇੱਕ ਸੈਕੂਲਰ ਕਿੰਗ ਸੀਗੇ। ਸੈਕੂਲਰ ਵਰਡ ਦਾ ਮਤਲਬ ਦੇਖਿਆ ਹੋਣਾ ਕਿ ਇੰਡੀਆ ਇਜ਼ ਆਲਸੋ ਸੈਕੂਲਰ ਕੰਟਰੀ। ਦੈਟ ਮੀਨਸ ਸੈਕੂਲਰ ਦਾ ਮਤਲਬ ਹੈ ਕਿ ਉਸ ਚੀਜ਼ ਦਾ ਕੋਈ ਇੱਕ ਪਰਟੀਕੂਲਰ ਰਿਲੀਜਨ ਨਾਲ ਕੋਈ ਲੈਣਾ ਦੇਣਾ ਨਹੀਂ, ਉਹ ਸਾਰੇ ਹੀ ਰਿਲੀਜਨ ਉਸ ਲਈ ਇੱਕੋ ਤਰ੍ਹਾਂ ਦੇ ਨੇ। ਤਾਂ ਇਸ ਕੁਐਸਚਨ ਆਨਸਰ ਕੀ ਹੋ ਜਾਊਗਾ ਜੀ? ਆਲ ਆਫ ਓਬਵੀਅਸ ਹੀ ਗੱਲ ਹੈ, ਹਰਿਮੰਦਰ ਸਾਹਿਬ ਨੂੰ ਦਿੱਤਾ ਸੀਗਾ, ਹਜ਼ੂਰ ਸਾਹਿਬ ਨੂੰ ਵੀ ਦਿੱਤਾ ਸੀਗਾ, ਵਿਸ਼ਵਨਾਥ ਟੈਂਪਲ ਨੂੰ ਵੀ ਦਿੱਤਾ ਸੀਗਾ। ਤਾਂ ਇਸ ਨਾਲ ਆਪਾਂ ਕਹਿ ਸਕਦੇ ਹਾਂ ਆਪਸ਼ਨ ਨੰਬਰ ਡੀ ਇਹਦਾ ਸਹੀ ਆਨਸਰ ਹੈ। ਨੈਕਸਟ ਗੱਲ ਕਰ ਰਿਹਾ ਕਿ ਟਰੀਟੀ ਆਫ ਲਾਹੌਰ ਕਿਹਦੇ ਵਿੱਚ ਸਾਈਨ ਹੋਈ ਸੀਗੀ। ਟਰੀਟੀ ਆਫ ਲਾਹੌਰ ਹੋਈ ਸੀਗੀ ਸਾਈਨ ਜੀ 9 ਮਾਰਚ 1946 ਦੇ ਵਿੱਚ, ਕਿਉਂਕਿ ਉਸ ਸਮੇਂ 'ਤੇ ਐਂਗਲੋ ਸਿੱਖ ਵੋਰ ਜਿਹੜਾ ਫਸਟ ਸੀਗਾ ਉਹ ਹੀ ਖਤਮ ਹੋਇਆ ਸੀਗਾ।
ਉਸ ਦੇ ਬਾਅਦ ਹੀ ਆ ਜਿਹੜੀ ਟਰੀਟੀ ਸੀ ਆ ਹੋਈ ਸੀ ਕਿਹਦੇ ਵਿੱਚ, ਗਵਰਨਰ ਜਨਰਲ ਸਰ ਹੈਨਰੀ ਹਾਰਡਿੰਗ ਤੇ ਮਹਾਰਾਜਾ ਦਲੀਪ ਸਿੰਘ ਜੀ ਵਾਰ। ਨੈਕਸਟ ਗੱਲ ਕਰਾਂ ਨਾਨਕਸ਼ਾਹੀ ਕੋਇਨ ਕਿਹਨੇ ਇਸ਼ੂ ਕੀਤੇ ਸੀਗੇ, ਤੇ ਨਾਨਕਸ਼ਾਹੀ ਕੋਇਨ ਜਿਹੜੇ ਇਸ਼ੂ ਕੀਤੇ ਸੀ ਉਹ ਮਹਾਰਾਜਾ ਰਣਜੀਤ ਸਿੰਘ ਜੀ ਨੇ ਕੀਤੇ ਸੀਗੇ। ਨੈਕਸਟ ਕਾਲ ਕਰ ਰਿਹਾ ਜੀ, ਪੰਜਾਬ ਵਾਜ਼ ਐਨੈਕਸ ਟੂ ਬ੍ਰਿਟਿਸ਼ ਐਮਪਾਇਰ ਥਰੂ ਏ ਪ੍ਰੋਕਲੇਮੇਸ਼ਨ ਮੇਡ ਬਾਏ, ਯਾਨੀ ਕਿ ਇੱਕ ਪ੍ਰੋਕਲੇਮੇਸ਼ਨ ਯਾਨੀ ਕਿ ਐਲਾਨ ਕੀਤਾ ਸੀਗਾ ਕਿ ਪੰਜਾਬ ਜਿਹੜਾ ਹੋਣਾ ਉਹ ਬ੍ਰਿਟਿਸ਼ ਐਮਪਾਇਰ ਦੇ ਅੰਡਰ ਆ ਜਾਂਦਾ ਹੈਗਾ। ਤਾਂ ਕਦੋਂ ਹੋਇਆ ਸੀਗਾ ਤੇ ਕਿਹਨੇ ਕੀਤਾ ਸੀਗਾ? ਇਹ ਗੱਲ ਹੈ ਬੈਟਲ ਆਫ ਗੁਜਰਾਤ ਦੇ, ਯਾਨੀ ਕਿ ਜਿਹੜਾ ਆਪਣਾ ਸੈਕਿੰਡ ਐਂਗਲੋ ਸਿੱਖ ਵੋਰ ਸੀ ਉਹਦਾ ਲਾਸਟ ਯੁੱਧ ਸੀਗਾ ਬੈਟਲ ਆਫ ਗੁਜਰਾਤ, ਜਿਹਨੂੰ ਕਿ ਬੈਟਲ ਆਫ ਗਨ ਵੀ ਕਹਿੰਦੇ ਨੇ। ਉਸ ਤੋਂ ਬਾਅਦ ਜਿਹੜਾ ਸੀਗਾ ਬ੍ਰਿਟਿਸ਼ ਦੇ ਅਗੇਂਸਟ ਕੋਈ ਇਹੋ ਜਿਹੀ ਔਰਗਨਾਈਜ਼ ਸਿੱਖ ਫੋਰਸ ਨਹੀਂ ਸੀਗੀ ਜਿਹੜੀ ਉਹਨਾਂ ਪਿੱਛੇ ਲੜ ਪਾਉਂਦੀ। ਅਤੇ ਫਿਰ 29 ਮਾਰਚ 1849 ਦੇ ਵਿੱਚ, ਯਾਨੀ ਕਿ ਟਰੀਟੀ ਆਫ ਲਾਹੌਰ ਤਾਂ ਜੀ 46 ਦੇ ਵਿੱਚ ਹੋਈ ਸੀਗੀ, ਹੋਈ ਸੀਗਾ 49 ਦੇ ਵਿੱਚ। ਉਦੋਂ ਦਾ ਜਿਹੜਾ ਗਵਰਨਰ ਜਨਰਲ ਸੀਗਾ ਉਸਨੇ ਇੱਕ ਪ੍ਰੋਕਲੇਮੇਸ਼ਨ ਦਿੱਤਾ ਕਿ ਹੁਣ ਪੰਜਾਬ ਹੈ ਜਿਹੜਾ ਬ੍ਰਿਟਿਸ਼ ਅੰਪਾਇਰ ਦੇ ਅੰਡਰ ਐਨੈਕਸਡ ਹੈ, ਯਾਨੀ ਕਿ ਅਸੀਂ ਉਹਨੂੰ ਜੋੜ ਲਿੱਤਾ, ਕਬਜ਼ਾ ਕਰ ਲਿੱਤਾ ਉਹਤੇ। ਤਾਂ ਕੀਤੀ ਸੀਗੀ ਲਾਰਡ ਡਲਹੌਜ਼ੀ ਨੇ, ਅਤੇ ਜਿਹੜੇ ਮਹਾਰਾਜਾ ਦਲੀਪ ਸਿੰਘ ਸੀਗੇ ਉਹਨਾਂ ਨੂੰ ਇੱਕ ਐਨੂਅਲ ਪੈਨਸ਼ਨ ਫਿਕਸ ਕਰ ਦਿੱਤੀ ਗਈ ਸੀ। ਆਪਸ਼ਨ ਨੰਬਰ ਏ ਇਹਦਾ ਰਾਈਟ ਆਨਸਰ ਹੋਊਗਾ। ਅਤੇ ਮੈਂ ਪੰਜਾਬ ਪਟਵਾਰੀ ਦੇ ਲਈ ਵੀ ਇੱਕ ਜੀਕੇ ਸੀਰੀਜ਼ ਸ਼ੁਰੂ ਕੀਤੀ ਹੋਈ ਹੈ, ਅਤੇ ਇਹਦੇ ਮੈਂ ਹੁਣ ਪਾਰਟ 3 'ਤੇ ਕੰਮ ਕਰ ਰਿਹਾ। ਟੋਟਲ ਹਲੇ 2 ਪਾਰਟ ਆਏ ਨੇ ਅਤੇ ਤੀਜੇ 'ਤੇ ਕੰਮ ਚੱਲ ਰਿਹਾ ਹੈਗਾ, ਜਲਦੀ ਹੀ ਅਪਲੋਡ ਹੋ ਜਾਊਗੀ। ਅਤੇ ਜੋਗ੍ਰਾਫੀ ਦੇ ਲੈਕਚਰ ਦੇ ਉੱਪਰ ਵੀ ਕੰਮ ਚੱਲ ਰਿਹਾ ਹੈਗਾ। ਤਾਂ ਫਸਟ ਪਾਰਟ ਨਹੀਂ ਦੇਖਿਆ ਤਾਂ ਇੱਥੇ ਕਲਿੱਕ ਕਰਕੇ ਐਗਰੀਕਲਚਰ ਜੀਕੇ ਵੀ ਤੁਸੀਂ ਦੇਖ ਸਕਦੇ ਹੋ। ਫਿਰ ਗੱਲ ਕਰ ਰਿਹਾ ਜਿਹੜਾ ਬੰਦਾ ਸਿੰਘ ਬਹਾਦਰ ਜੀ ਸੀਗੇ, ਉਹਨਾਂ ਦਾ ਜਿਹੜਾ ਪ੍ਰਸ਼ਾਸਨ ਕਾਲ ਸੀਗਾ ਉਹਦੇ ਵਿੱਚ ਕਿਹੜੀ ਲੈਂਗੁਏਜ ਯੂਜ਼ ਹੁੰਦੀ ਸੀਗੀ, ਓਫੀਸ਼ੀਅਲ ਲੈਂਗੁਏਜ ਕਿਹੜੀ ਸੀਗੀ? ਤਾਂ ਪੰਜਾਬੀ, ਹਿੰਦੀ, ਸੰਸਕ੍ਰਿਤ ਅਤੇ ਪਰਸ਼ੀਅਨ ਜਿਹੜੇ ਨੇ ਇਹਦੇ ਕੁਝ ਆਪਸ਼ਨ ਨੇ, ਅਤੇ ਇਹਦਾ ਜਿਹੜਾ ਸਹੀ ਆਪਸ਼ਨ ਹੈ ਉਹ ਹੈਗਾ ਜੀ ਪਰਸ਼ੀਅਨ। ਕਿਉਂਕਿ ਜਿਹੜੇ ਮੁਗਲ ਸੀ ਉਹਨਾਂ ਦੀ ਵੀ ਆਹੀ ਕੋਰਟ ਲੈਂਗੁਏਜ ਸੀਗੀ, ਰਣਜੀਤ ਸਿੰਘ ਜੀ ਦੀ ਵੀ ਆਹੀ ਕੋਰਟ ਲੈਂਗੁਏਜ ਸੀਗੀ, ਅਤੇ ਬੰਦਾ ਸਿੰਘ ਬਹਾਦਰ ਜੀ ਦੀ ਵੀ ਆਹੀ ਕੋਰਟ ਲੈਂਗੁਏਜ ਹੈ, ਯਾਨੀ ਕਿ ਓਫੀਸ਼ੀਅਲ ਲੈਂਗੁਏਜ ਹੈ। ਅਤੇ ਇੱਕ ਬੰਦਾ ਸਿੰਘ ਬਹਾਦਰ ਜੀ ਨੇ ਤੁਹਾਨੂੰ ਪਤਾ ਹੀ ਹੈ, ਮੈਂ ਪਿਛਲੀ ਵੀਡੀਓ 'ਚ ਵੀ ਡਿਸਕਸ ਕੀਤਾ ਸੀਗਾ ਕਿ ਮੁਖਲਿਸਪੁਰ ਦੇ ਵਿੱਚ ਇੱਕ ਫੋਰਟ ਨੂੰ ਕੈਪਚਰ ਕਰਕੇ ਉਹਨੂੰ ਕੈਪੀਟਲ ਬਣਾਇਆ ਅਤੇ ਉਹਦਾ ਨਾਂ ਲੋਹਗੜ੍ਹ ਰੱਖਿਆ ਸੀਗਾ। ਅਤੇ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਡੀ। ਫਿਰ ਗੱਲ ਕਰ ਰਿਹਾ ਕਿ JP ਵੈਂਚੂਰਾ, ਜੀਨ ਫ੍ਰੈਂਕੋਸਿਸ ਐਲਰਡ ਕਿਹੜੀ ਡਿਸਬੈਂਡਡ ਆਰਮੀ ਨਾਲ ਰਿਲੇਟ ਕਰਦੇ ਸੀਗੇ? ਤੁਹਾਨੂੰ ਪਤਾ ਹੀ ਸੀਗਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਆਰਮੀ ਦੇ ਵਿੱਚ ਜਿਹੜੇ ਸੀਗੇ ਯੂਰੋਪੀਅਨ ਵੀ ਸੀਗੇ, ਅਤੇ ਮਹਾਰਾਜਾ ਰਣਜੀਤ ਸਿੰਘ ਜਿਹੜੀ ਉਹਨਾਂ ਦਾ ਰੈਵਨਿਊ ਸੀਗਾ ਨਾ, ਉਹਨਾਂ ਦਾ 1/3 ਤੀਜਾ ਹਿੱਸਾ ਕਿਹਦੇ ਉੱਪਰ ਸਪੈਂਡ ਕਰਦੇ ਸੀਗੇ? ਆਰਮੀ ਦੇ ਉੱਪਰ। ਕਿਉਂਕਿ ਜੇਕਰ ਡਿਫੈਂਸ ਸਟਰੋਂਗ ਰਹੂਗਾ ਤਾਂ ਹੀ ਕੋਈ ਰਾਜਾ ਰਾਜ ਕਰ ਪਾਊਗਾ। ਤਾਂ ਡਿਫੈਂਸ ਸਟਰੋਂਗ ਹੋਣਾ ਕਾਫੀ ਜ਼ਿਆਦਾ ਜ਼ਰੂਰੀ ਹੈ, ਚਾਹੇ ਮੈਂ ਅੱਜ ਦੀ ਪ੍ਰੈਜ਼ੈਂਟ ਇੰਡੀਆ ਦੀ ਵੀ ਗੱਲ ਕਰਾਂ ਜਾਂ ਪੁਰਾਣੀ ਵੀ ਗੱਲ ਕਰਾਂ। ਤਾਂ ਉਹ ਕਿਹੜੀ ਡਿਸਬੈਂਡਡ ਆਰਮੀ ਨਾਲ ਸੰਬੰਧਿਤ ਸੀਗੇ? ਫਰੈਂਕਲਿਨ ਰੂਸੋ ਦੇ ਨਾਲ, ਨੈਪੋਲੀਅਨ ਬੋਨਾਪਾਰਟ ਦੇ ਨਾਲ, ਲਾਰਡ ਮਿੰਟੋ ਨਾਲ, ਜਾਂ ਫਿਰ ਮੈਕਸਮਿਲਨ ਰੋਸਫੇਅਰ। ਬੇਸਿਕਲੀ ਜਿਹੜੇ ਮੈਂ ਮੈਕਸਿਮਮ ਨਾਮ ਲੈਣਾ ਹੈ ਨਾ ਫਰੈਂਚ ਰੈਵੋਲਿਊਸ਼ਨ ਤੋਂ ਲਿੱਤੇ ਨੇ। ਅਤੇ ਫਰੈਂਚ ਰੈਵੋਲਿਊਸ਼ਨ ਦੇ ਵਿੱਚ ਇੱਕ ਸਮਾਂ ਵੀ ਆਇਆ ਸੀਗਾ ਜਿਹੜਾ ਉਹਨਾਂ ਦਾ ਕਮਾਂਡਰ ਸੀਗਾ ਨੈਪੋਲੀਅਨ ਬੋਨਾਪਾਰਟ, ਉਸਨੇ ਖੁਦ ਨੂੰ ਰਾਜਾ ਘੋਸ਼ਿਤ ਕਰਤਾ ਸੀਗਾ। ਕਿਉਂਕਿ ਜਿਹੜੀ ਫਰੈਂਚ ਰੈਵੋਲਿਊਸ਼ਨ ਹੈ ਨਾ ਉਸੇ ਉੱਪਰ ਸਟਾਰਟ ਹੈ ਕਿ ਇਹ ਖਤਮ ਕਿਹਨੂੰ ਕਰਨ ਲਈ ਹੋਈ ਸੀਗੀ? ਜਿਹੜਾ ਰੋਇਲ ਘਰਾਨਾ ਹੈ ਨਾ, ਯਾਨੀ ਕਿ ਰਾਜਾ ਦਾ ਬੇਟਾ ਹੀ ਰਾਜਾ ਬਣੂਗਾ, ਇਸ ਨੂੰ ਖਤਮ ਕਰਨ ਲਈ ਬਣਿਆ ਸੀਗਾ। ਲੇਕਿਨ ਬਾਅਦ ਦੇ ਵਿੱਚ ਵੀ ਘੁੰਮ ਫਿਰ ਕੇ ਜਿਹੜਾ ਹੈਗਾ ਇਹ 'ਤੇ ਹੀ ਖਤਮ ਹੁੰਦਾ ਹੈਗਾ, ਯਾਨੀ ਕਿ ਮੋਨਾਰਕ ਲਈ ਲੜ ਰਹੇ ਸੀਗੇ, ਮੋਨਾਰਕ ਦੇ ਅਗੇਂਸਟ, ਅਤੇ ਖਤਮ ਵੀ ਰੈਵੋਲਿਊਸ਼ਨ ਜਿਹੜਾ ਮੋਨਾਰਕ ਦੇ ਅੰਡਰ ਹੀ ਹੋਇਆ ਹੈਗਾ। ਤਾਂ ਉਹ ਸੀਗਾ ਨੈਪੋਲੀਅਨ ਬੋਨਾਪਾਰਟ। ਉਹਨਾਂ ਦੀ ਆਰਮੀ ਦੇ ਪਾਰਟ ਸੀਗੇ JP ਵੈਂਚੂਰਾ ਅਤੇ JF ਐਲਰਡ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਸਿੱਖ ਫੋਰਸ ਦਾ ਟ੍ਰੇਨਿੰਗ ਲਈ ਵੀ ਰੱਖਿਆ ਗਿਆ ਸੀਗਾ ਮਹਾਰਾਜਾ ਰਣਜੀਤ ਸਿੰਘ ਜੀ ਦੁਆਰਾ। ਆਈ ਹੋਪ ਤੁਹਾਨੂੰ ਕੁਐਸਚਨ ਕਲੀਅਰ ਹੋਊਗਾ। ਜੇਕਰ ਤੁਸੀਂ ਚਾਹੁੰਦੇ ਹੋ ਮੈਂ PPSC ਦੇ ਰਿਲੇਟਡ ਜਿਹੜੀ ਫਰੈਂਚ ਰੈਵੋਲਿਊਸ਼ਨ ਹੈ ਕਾਫੀ ਇੰਪੋਰਟੈਂਟ ਹੈ, ਅਤੇ ਮੈਨੂੰ ਬੜਾ ਇੰਟਰਸਟਿੰਗ ਲੱਗਦਾ ਫਰੈਂਚ ਰੈਵੋਲਿਊਸ਼ਨ, ਮੈਂ ਖੁਦ ਪੜ੍ਹਿਆ ਇਹਨੂੰ। ਚਾਹੁੰਦੇ ਹੋ ਮੈਂ ਵੀਡੀਓ ਬਣਾਵਾਂ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਲਿਖਿਓ, ਮੈਂ ਉਹਦੇ ਉੱਪਰ ਵੀ ਵੀਡੀਓ ਬਣਾਵਾਂਗਾ ਇੱਕ। ਜੇਕਰ ਤੁਹਾਡੇ ਕੋਲ ਆਲਰੇਡੀ ਸੋਰਸਿਸ ਨੇ ਫਿਰ ਕੋਈ ਚੱਕਰ ਨਹੀਂ, ਅਦਰਵਾਈਜ਼ ਜੇ ਨਹੀਂ ਹੈਗੇ ਤਾਂ ਮੈਂ ਇਹਦੇ ਉੱਪਰ ਵੀਡੀਓ ਬਣਾਉਣ ਨੂੰ ਤਿਆਰ ਹਾਂ, ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਦੱਸਿਓ। ਫਿਰ ਕੁਐਸਚਨ ਹੈਗਾ ਅਗਲਾ ਕਿ ਹੂ ਵਾਜ਼ ਦਾ ਓਨਲੀ ਫੀਮੇਲ ਰੂਲਰ ਆਫ ਸਿੱਖ ਐਮਪਾਇਰ? ਤੁਹਾਨੂੰ ਪਤਾ ਹੈ ਮਹਾਰਾਜਾ ਰਣਜੀਤ ਸਿੰਘ ਦੇ ਜਾਣ ਤੋਂ ਬਾਅਦ ਜਿਹੜੀ ਗੱਦੀ ਸੀਗੀ ਉਹ ਖੜਕ ਸਿੰਘ ਨੂੰ ਮਿਲੀ ਸੀ, ਅਤੇ ਖੜਕ ਸਿੰਘ ਜੀ ਨੂੰ ਮਿਲਣ ਤੋਂ ਬਾਅਦ ਉਹ ਗੱਡੀ ਮਿਲੀ ਸੀ ਉਹਨਾਂ ਦੇ ਪੁੱਤਰ ਨੌਨਿਹਾਲ ਨੂੰ। ਲੇਕਿਨ ਇਹ ਜ਼ਿਆਦਾ ਦਿਨ ਨਹੀਂ ਚੱਲ ਪਾਈ ਸੀਗੀ। ਦੈਟ ਮੀਨਸ ਮਹਾਰਾਜਾ ਰਣਜੀਤ ਸਿੰਘ ਦੇ ਪੁੱਤਰ ਦੀ ਡੈਥ ਹੋਣ ਤੋਂ ਬਾਅਦ, ਮਹਾਰਾਜਾ ਖੜਕ ਸਿੰਘ ਤੋਂ ਬਾਅਦ, ਫਿਰ ਉਹਨਾਂ ਦੇ ਪੁੱਤਰ ਜਿਹੜੇ ਨੌਨਿਹਾਲ ਸਿੰਘ ਸੀ ਉਹਨਾਂ ਦੀ ਵੀ ਡੈਥ ਹੋ ਗਈ ਸੀ। ਉਸ ਤੋਂ ਬਾਅਦ ਜਿਹੜੀ ਚੰਦ ਕੌਰ ਸੀਗੀ ਉਹਨਾਂ ਨੇ ਇਹ ਕਲੇਮ ਕੀਤਾ ਕਿ ਇਹ ਰਾਜਗੱਦੀ ਜਿਹੜੀ ਹੈ ਸਾਡੀ ਹੈਗੀ ਹੈ, ਕਿਉਂਕਿ ਉਹਨਾਂ ਦੇ ਪਤੀ ਮਹਾਰਾਜਾ ਖੜਕ ਸਿੰਘ ਦੀ ਵੀ ਮੌਤ ਹੋ ਗਈ ਸੀ, ਅਤੇ ਉਹਨਾਂ ਦੇ ਸਨ ਜਿਹੜੇ ਸੀਗੇ ਨੌਨਿਹਾਲ ਸਿੰਘ ਉਹਨਾਂ ਦੀ ਵੀ ਹੋ ਗਈ ਸੀ। ਤਾਂ ਇਸ ਬੇਸਿਸ ਦੇ ਉੱਪਰ ਜਿਹੜਾ ਸੀਗਾ
ਉਹਨਾਂ ਨੇ ਕਲੇਮ ਕੀਤਾ ਸੀਗਾ ਕਿ ਉਹ ਜਿਹੜੇ ਨੇ ਗੱਦੀ ਦੇ ਮਾਲਕ ਨੇ। ਤਾਂ ਆਪਾਂ ਕਹਿ ਸਕਦੇ ਹਾਂ ਕਿ ਓਨਲੀ ਫੀਮੇਲ ਰੂਲਰ ਜਿਹੜੇ ਸਿੱਖ ਐਮਪਾਇਰ ਹੈ ਉਹ ਹੈਗਾ ਜੀ ਰਾਣੀ ਚੰਦ ਕੌਰ, ਆਪਸ਼ਨ ਨੰਬਰ ਬੀ। ਅਤੇ ਗੱਦੀ 'ਤੇ ਬੈਠਣ ਤੋਂ ਬਾਅਦ ਵੀ ਉਹਨਾਂ ਨੇ ਜਿਹੜੇ ਮਹਾਰਾਜਾ ਰਣਜੀਤ ਸਿੰਘ ਸੀਗੇ ਉਹਨਾਂ ਦੇ ਪੁੱਤਰ ਸੀਗੇ ਸ਼ੇਰ ਸਿੰਘ, ਉਹਨਾਂ ਨੂੰ ਚੈਲੰਜ ਵੀ ਕੀਤਾ ਸੀਗਾ ਅਤੇ ਫਿਰ ਸ਼ੇਰ ਸਿੰਘ ਨੇ ਚੰਦ ਕੌਰ ਨੂੰ ਧਿਆਨ ਸਿੰਘ ਦੀ ਹੈਲਪ ਦੇ ਨਾਲ ਮਰਵਾ ਵੀ ਦਿੱਤਾ ਗਿਆ ਸੀਗਾ 1842 ਦੇ ਵਿੱਚ। ਹੋ ਸਕਦਾ ਇਹਨਾਂ ਚੀਜ਼ਾਂ ਬਾਰੇ ਵੀ ਕੋਈ ਪੇਪਰ ਦੇ ਵਿੱਚ ਪੁੱਛਿਆ ਜਾਵੇ, ਲੇਕਿਨ ਜਿਹੜੀ ਮੇਨ ਇੰਪੋਰਟੈਂਟ ਚੀਜ਼ਾਂ ਨੇ ਉਹ ਮੈਂ ਤੁਹਾਨੂੰ ਦੱਸ ਚੁੱਕਿਆ ਹੈਗਾ। ਤਾਂ ਆਨਸਰ ਆ ਜਾਊਗਾ ਜੀ ਆਪਣਾ ਆਪਸ਼ਨ ਨੰਬਰ ਬੀ, ਰਾਣੀ ਚੰਦ ਕੌਰ। ਕਿਉਂਕਿ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਨਾ ਇੱਕ ਆਪਾਂ ਇਹ ਨਹੀਂ ਕਹਿ ਸਕਦੇ ਵੀ ਇੱਕ ਮਜ਼ਬੂਤ ਰਾਜਾ ਜਿਹੜਾ ਸੀਗਾ ਜਿਹੜਾ ਪੰਜਾਬ ਨੂੰ ਸੰਭਾਲ ਪਾਉਂਦਾ ਉਹ ਹੋਇਆ ਹੈਗਾ। ਉਹ ਆਪਸੀ ਰੰਜਿਸ਼ ਦੇ ਵਿੱਚ ਹੀ ਲੜ ਗਏ ਕਿ ਮੈਂ ਰਾਜਾ ਬਣਨਾ, ਮੈਂ ਰਾਜਾ ਬਣਨਾ। ਜਿਹੜਾ ਕਿ ਆਪਾਂ ਮੋਸਟਲੀ ਕੋਈ ਵੀ ਜਿਹਨੂੰ ਆਪਾਂ ਕਹਿੰਦੇ ਸਲਤਨਤ ਕਹਿੰਦੇ ਉਹਦੇ ਬਾਰੇ ਦੇਖਦੇ ਹਾਂ ਤਾਂ ਰੀਜ਼ਨ ਉਹਦਾ ਹੀ ਹੁੰਦਾ ਉਹਦੇ ਪਤਨ ਦਾ ਕਿ ਕੈਪੇਬਲ ਰੂਲਰ ਨਹੀਂ ਮਿਲ ਪਾਉਂਦਾ ਅਤੇ ਆਪਸ ਦੇ ਵਿੱਚ ਭਾਈਆਂ ਦੀ ਬੇਟਿਆਂ ਦੀ ਲੜਾਈ ਰਹਿੰਦੀ ਕਿ ਮੈਂ ਰਾਜਾ ਬਣਨਾ, ਮੈਂ ਰਾਜਾ ਬਣਨਾ। ਅਤੇ ਇਸ ਗੱਲ ਦਾ ਫਾਇਦਾ ਤੀਜਾ ਬੰਦਾ ਚੁੱਕਦਾ ਸੀਗਾ ਅਤੇ ਉਹਨਾਂ ਨੂੰ ਮਾਰ ਦਿੰਦਾ ਸੀਗਾ ਅਤੇ ਇੱਕ ਨਈ ਡਾਇਨੈਸਟੀ ਆਪਾਂ ਨੂੰ ਦੇਖਣ ਨੂੰ ਮਿਲਦੀ ਸੀਗੀ। ਹੁਣ ਆਪਾਂ ਗੱਲ ਕਰਦੇ ਹਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਕੋਰਟ ਬਾਰੇ। ਉਹਨਾਂ ਦੀ ਕੋਰਟ ਦਾ ਪ੍ਰਾਈਮ ਮਿਨਿਸਟਰ ਕੌਣ ਸੀਗਾ? ਪ੍ਰਾਈਮ ਮਿਨਿਸਟਰ ਦੇਖਣ ਤੋਂ ਪਹਿਲਾਂ ਆਪਾਂ 2-3 ਚੀਜ਼ਾਂ ਹੋਰ ਦੇਖ ਲੈਂਦੇ ਹਾਂ। ਪਹਿਲੀ ਗੱਲ ਹੈ ਕਿ ਉਹਨਾਂ ਦਾ ਫੋਰਨ ਮਿਨਿਸਟਰ ਕੌਣ ਸੀਗਾ? ਤਾਂ ਉਹ ਸੀਗਾ ਜੀ ਫਕੀਰ ਅਜ਼ੀਜ਼ੁਦੀਨ, ਜਿਹੜਾ ਕਿ ਇੱਕ ਮੁਸਲਮਾਨ ਸੀਗਾ। ਆਪਾਂ ਨਾਂ ਤੋਂ ਹੀ ਜਾਣ ਸਕਦੇ ਹਾਂ। ਇਹ ਮੁਸਲਿਮ ਇਸ ਕਰਕੇ ਲਿਖ ਰਿਹਾ ਹੈਗਾ ਕਿਉਂਕਿ ਤੁਹਾਨੂੰ ਇਸ ਗੱਲ ਨਾਲ ਆ ਵੀ ਪਤਾ ਲੱਗੂਗਾ ਕਿ ਮਹਾਰਾਜਾ ਰਣਜੀਤ ਸਿੰਘ ਜਿਹੜੇ ਸੀਗੇ ਉਹ ਇੱਕ ਸੈਕੂਲਰ ਰਾਜਾ ਸੀਗੇ। ਫਾਈਨੈਂਸ ਮਿਨਿਸਟਰ ਸੀਗੇ ਜੀ ਦੀਨਾਨਾਥ, ਜੋ ਕਿ ਇੱਕ ਬ੍ਰਾਹਮਣ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀਗੇ। ਅਤੇ ਪ੍ਰਾਈਮ ਮਿਨਿਸਟਰ ਸੀਗੇ ਧਿਆਨ ਸਿੰਘ, ਜੋ ਕਿ ਇੱਕ ਡੋਗਰਾ ਕਮਿਊਨਿਟੀ ਤੋਂ ਬਿਲੋਂਗ ਕਰਦੇ ਸੀਗੇ। ਬੇਸਿਕਲੀ ਕੀ ਸੀਗੇ, ਕਸ਼ਮੀਰੀ ਪੰਡਿਤ ਸੀਗੇ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਡੋਗਰਾ ਵੀ ਆ ਗਿਆ, ਬ੍ਰਾਹਮਣ ਵੀ ਆ ਗਿਆ, ਮੁਸਲਿਮ ਵੀ ਆ ਗਿਆ, ਤਾਂ ਸੈਕੂਲਰ ਤਾਂ ਸੀਗੇ ਜੀ, ਇਹਦੇ ਵਿੱਚ ਕੋਈ ਗੱਲ ਨਹੀਂ ਹੈਗੀ। ਅਤੇ ਇੱਕ ਵਾਰ ਆ ਵੀ ਪੁੱਛਿਆ ਜਾਂਦਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਨਾ ਲੈਫਟ ਆਈ ਪੁੱਛ ਲੈਂਦੇ ਕਿਹੜੀ ਆਈ ਜਿਹੜੀ ਸੀਗੀ ਉਹ ਸਮੋਲ ਪੋਕਸ ਨਾਲ, ਚੇਚਕ ਨਾਲ ਖਰਾਬ ਹੋ ਗਈ ਸੀਗੀ, ਤਾਂ ਉਹ ਹੋਈ ਸੀਗੀ ਜੀ ਲੈਫਟ ਵਾਲੀ ਅੱਖ। ਅਤੇ ਹੁਣ ਇਸ ਕੁਐਸਚਨ ਦਾ ਆਨਸਰ ਦੇਖਦੇ ਹਾਂ ਕਿ ਪ੍ਰਾਈਮ ਮਿਨਿਸਟਰ ਕੌਣ ਸੀਗਾ? ਉਹ ਸੀਗਾ ਜੀ ਧਿਆਨ ਸਿੰਘ। ਤਾਂ ਆਪਾਂ ਦੇਖ ਸਕਦੇ ਹਾਂ ਕਿ ਰਾਜਾ ਧਿਆਨ ਸਿੰਘ ਜਿਹੜੇ ਸੀਗੇ ਉਹ ਮਹਾਰਾਜਾ ਰਣਜੀਤ ਸਿੰਘ ਜੀ ਦੇ ਕੋਰਟ ਦੇ ਪ੍ਰਾਈਮ ਮਿਨਿਸਟਰ ਸੀਗੇ। ਹੋ ਸਕਦਾ ਕਿ ਨੈਕਸਟ ਪੇਪਰ ਦੇ ਵਿੱਚ ਤੁਹਾਨੂੰ ਫਾਈਨੈਂਸ ਮਿਨਿਸਟਰ ਜਾਂ ਫੋਰਨ ਮਿਨਿਸਟਰ ਬਾਰੇ ਵੀ ਪਤਾ ਲੱਗ ਜੇ, ਉਹ ਤੁਸੀਂ ਯਾਦ ਰੱਖ ਸਕਦੇ ਹੋ, ਕੋਈ ਵੱਡੀ ਗੱਲ ਨਹੀਂ ਹੈਗੀ। ਅੱਜ ਦੀ ਵੀਡੀਓ ਦਾ ਲਾਸਟ ਕੁਐਸਚਨ ਹੈ ਜਿਹੜਾ ਪੁੱਛ ਰਿਹਾ ਹੈਗਾ ਕਿ ਮਹਾਰਾਜਾ ਰਣਜੀਤ ਸਿੰਘ ਦੇ ਬਚਪਨ ਦਾ ਨਾਂ ਕੀ ਸੀਗਾ? ਤਾਂ ਉਹਨਾਂ ਨੂੰ ਵੈਸੇ ਤਾਂ ਜੇ ਪੋਪੂਲਰਲੀ ਆਪਾਂ ਜਾਣੀਏ ਤਾਂ ਸ਼ੇਰੇ ਪੰਜਾਬ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ, ਲੇਕਿਨ ਉਹਨਾਂ ਦਾ ਨਾਮ ਬਚਪਨ ਦੇ ਵਿੱਚ ਬੁੱਧ ਸਿੰਘ ਸੀਗਾ, ਬੁੱਧ ਸਿੰਘ, ਜਿਹਨੂੰ ਬਾਅਦ ਵਿੱਚ ਬਦਲ ਕੇ ਰਣਜੀਤ ਸਿੰਘ ਕਰ ਦਿੱਤਾ ਗਿਆ ਸੀਗਾ, ਜਿਨ੍ਹਾਂ ਨੂੰ ਅੱਜ ਆਪਾਂ ਮਹਾਰਾਜਾ ਰਣਜੀਤ ਸਿੰਘ ਜੀ ਦੇ ਨਾਂ 'ਤੇ ਜਾਣਦੇ ਹਾਂ। ਤਾਂ ਇਸ ਕੁਐਸਚਨ ਦਾ ਆਨਸਰ ਹੋ ਜਾਊਗਾ ਆਪਸ਼ਨ ਨੰਬਰ ਏ। ਤਾਂ ਆਲਮੋਸਟ ਆਪਣਾ 3rd ਪਾਰਟ ਜਿਹੜਾ ਅੱਜ ਕੰਪਲੀਟ ਹੈ। ਟਰਾਈ ਕਰਾਂਗਾ ਕਿ ਬੰਦਾ ਸਿੰਘ ਬਹਾਦਰ ਜੀ ਦੇ ਉੱਪਰ ਵੀ ਕੁਝ ਕੁਐਸਚਨ ਲੈ ਕੇ ਆਵਾਂ ਅਤੇ ਫਿਰ ਆਪਾਂ ਹੋਰ ਜਿਹੜੇ ਹਿਸਟਰੀ ਦੇ ਇਵੈਂਟ ਨੇ, ਨੈਸ਼ਨਲ ਮੂਵਮੈਂਟ ਜਿਹੜੀ ਅੰਗਰੇਜ਼ਾਂ ਦੌਰਾਨ ਹੋਈ ਸੀਗੀ, ਉਹਨਾਂ ਬਾਰੇ ਵੀ ਕੁਐਸਚਨ ਲੈ ਕੇ ਆਵਾਂਗੇ ਜਲਦ ਹੀ। ਤਾਂ ਥੈਂਕ ਯੂ ਸੋ ਮਚ ਫॉर ਵਾਚਿੰਗ ਆ ਵੀਡੀਓ। ਜੇ ਚੰਗੀ ਲੱਗਦੀ ਹੈ, ਤੁਹਾਨੂੰ ਫਾਇਦਾ ਹੋ ਰਿਹਾ ਤਾਂ ਲਾਈਕ ਕਰੋ ਜੀ, ਅਤੇ ਸ਼ੇਅਰ ਵੀ ਕਰ ਦਿਆ ਕਰੋ ਯਾਰ, ਜਿਹਨਾਂ ਨੂੰ ਨਹੀਂ ਪਤਾ ਹੈਗਾ ਸ਼ੇਅਰ ਕਰੋ, ਉਹਨਾਂ ਦਾ ਵੀ ਫਾਇਦਾ ਹੋਵੇ। ਕਿਉਂਕਿ ਆਹ ਵੀਡੀਓ ਮੇਰੀ ਜਿਹੜੀ ਹੈਗੀ ਉਹ ਸਾਰਿਆਂ ਲਈ ਹੈ, ਕਿਸੇ ਪਰਟੀਕੂਲਰ ਇੱਕ ਪਰਸਨ ਲਈ ਨਹੀਂ ਹੈ। ਤਾਂ ਥੈਂਕ ਯੂ ਸੋ ਮਚ, ਜਲਦੀ ਮਿਲਾਂਗੇ। ਜੈ ਹਿੰਦ, ਜੈ ਭਾਰਤ।